ਕੰਟੀਨਿਊ ਕਰਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਪਰ ਕਾਮਨ ਟੂ ਬੋਥ ਬੁੱਧਿਜ਼ਮ ਐਂਡ ਜੈਨਿਜ਼ਮ। ਜੈਨ ਤੇ ਬੁੱਧ ਧਰਮ ਦੀ ਜੇ ਗੱਲ ਕਰੀਏ, ਇਹਨਾਂ ਵਿੱਚੋਂ ਕਿਹੜੀਆਂ ਟੀਚਿੰਗਸ ਸਿੱਖਿਆਵਾਂ ਦੋਵਾਂ ਵਿੱਚ ਪਾਈਆਂ ਜਾਂਦੀਆਂ ਆ। 1996 ਵਿੱਚ ਪ੍ਰਸ਼ਨ ਪੁੱਛਿਆ ਗਿਆ। ਸਿਲੈਕਟ ਦਾ ਆਂਸਰ ਯੂਜ਼ਿੰਗ ਦਾ ਕੋਰਸ ਗਿਵਨ ਬਿਲੋ। ਠੀਕ ਹੈ ਜੀ। ਅਵੋਇਡੈਂਸ ਆਫ ਐਕਸਟ੍ਰੀਮਿਟੀਜ਼ ਆਫ ਪੀਨੈਂਸ ਐਂਡ ਇੰਜੋਇਮੈਂਟ। ਪੀਨੈਂਸ ਹੁੰਦਾ ਜੀ ਤਪੱਸਿਆ, ਇੰਜੋਇਮੈਂਟ ਹੁੰਦਾ ਜੀ ਆਨੰਦ ਲੈਣਾ। ਤੇ ਕਹਿੰਦਾ ਕਿ ਨਾ ਤਾਂ ਜ਼ਿਆਦਾ ਤਪੱਸਿਆ ਵੱਲ ਜਾਣਾ ਤੇ ਨਾ ਜ਼ਿਆਦਾ ਇੰਜੋਇਮੈਂਟ ਵੱਲ ਜਾਣਾ, ਮੱਧਿਅਮ ਮਾਰਗ ਲੈ ਕੇ ਚੱਲਣਾ। ਮੱਧਿਅਮ ਮਾਰਗ ਕਿਹਨਾਂ ਦਾ ਕੰਸੈਪਟ ਸੀ ਯਾਦ ਕਰੋ, ਬੋਧੀਆਂ ਦਾ। ਠੀਕ ਹੈ ਜੀ, ਬੋਧੀਆਂ ਦਾ ਕੰਸੈਪਟ ਸੀ। ਪਰ ਤੁਸੀਂ ਦੇਖਿਓ, ਅਸੀਂ ਪੜ੍ਹਿਆ ਵੀ ਆ ਕਿ ਜਿਹੜੇ ਜੈਨ ਹੁੰਦੇ ਆ ਨਾ, ਜਦੋਂ ਜੈਨ ਤਪੱਸਿਆ ਕਰਦੇ ਆ ਤਾਂ ਇਹ ਕੁਝ ਜ਼ਿਆਦਾ ਹੱਦ ਤੱਕ ਚੱਲ ਜਾਂਦੇ ਆ। ਜੈਨ ਕੁਝ ਜ਼ਿਆਦਾ ਹੱਦ ਤੱਕ ਚੱਲ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਜੇ ਹਵਾ 'ਚ ਕੀੜੇ ਮਕੌੜੇ ਹੈਗੇ ਆ ਤਾਂ ਸਾਹ ਲੈਣ ਨਾਲ ਸਾਡੇ ਮੂੰਹ ਨੱਕ ਰਾਹੀਂ ਅੰਦਰ ਜਾ ਸਕਦੇ ਆ, ਤੇ ਮੂੰਹ ਤੇ ਕੀ ਆ ਉਹ ਕੱਪੜਾ ਬੰਨ੍ਹ ਲੈਂਦੇ ਆ। ਤੇ ਆਪਣੀ ਬੋਡੀ ਨੂੰ ਕਹਿੰਦੇ ਆ ਕਿ ਕੁਦਰਤੀ ਆਪਦਾਵਾਂ, ਧੁੱਪ ਗਰਮੀ ਸਰਦੀ ਮੀਂਹ, ਅਸੀਂ ਉਹਨਾਂ ਦੇ ਯੋਗ ਬਣਾਉਣਾ ਆ ਤਾਂ ਇਹ ਕੀ ਆ, ਕੱਪੜੇ ਨਹੀਂ ਪਾਉਂਦੇ। ਇਹਨਾਂ ਦੀ ਇੱਕ ਬ੍ਰਾਂਚ ਹੈਗੀ ਆ, ਕੱਪੜੇ ਨਹੀਂ ਪਾਉਂਦੇ। ਇਹ ਕਹਿੰਦੇ ਕਿ ਬਸ ਆਪਣੇ ਸਰੀਰ ਨੂੰ ਜਿੰਨਾ ਆਪਾਂ ਕਠੋਰ ਬਣਾਵਾਂਗੇ ਓਨਾ ਵਧੀਆ। ਤਪੱਸਿਆ ਕਰਦੇ ਆ ਤਾਂ ਬਹੁਤ ਹੀ ਐਕਸਟ੍ਰੀਮ ਤੱਕ ਚੱਲ ਜਾਂਦੇ ਆ। ਇਸ ਕਰਕੇ ਇਹ ਗੱਲ ਬੋਧੀਆਂ ਵਿੱਚ ਤਾਂ ਹੈਗੀ ਆ, ਪਰ ਇਹ ਗੱਲ ਜੈਨੀਆਂ ਵਿੱਚ ਨਹੀਂ ਆ। ਇੱਕ ਆਂਸਰ ਕੱਟ ਹੋ ਗਿਆ। ਹੁਣ ਦੇਖੋ ਜੀ, ਇੱਕ ਆਂਸਰ ਇਹ 'ਚ ਵੀ ਆ, ਇਹ 'ਚ ਵੀ ਆ ਤੇ ਇਹ 'ਚ ਵੀ ਆ, ਤਾਂ ਆਪਣੇ ਆਪ ਆਂਸਰ ਕੀ ਹੋ ਗਿਆ, ਬੀ। ਠੀਕ ਹੈ ਜੀ, ਆਂਸਰ ਕੀ ਹੋ ਗਿਆ, ਬੀ। ਦੂਜਾ, ਤੀਜਾ ਤੇ ਚੌਥਾ ਹੀ ਆ, ਦੋਵਾਂ 'ਚ ਕਾਮਨ। ਅਸੀਂ ਪੜ੍ਹ ਲੈਂਦੇ ਹਾਂ ਜੀ। ਇਨ ਡਿਫਰੈਂਸ ਟੂ ਦਾ ਅਥੋਰਿਟੀ ਆਫ ਦਾ ਵੇਦਾਸ। ਇਹ ਗੱਲ ਹੈ, ਇਹ ਦੋਵਾਂ ਧਰਮਾਂ ਨੇ ਇਹ ਵੇਦਾਂ ਦੀ ਅਥੋਰਿਟੀ ਨੂੰ ਨਹੀਂ ਮੰਨਿਆ। ਇਸੇ ਕਰਕੇ ਇਹਨਾਂ ਨੂੰ ਹੈਟਰੋਡਾਕਸ ਸਕੂਲ ਆਫ ਰਿਲੀਜਨ ਕਹਿੰਦੇ ਆ। ਹੈਥਰੋਡਾਕਸ। ਇੱਕ ਹੁੰਦੇ ਜੀ ਆਰਥੋਡਾਕਸ। ਆਰਥੋਡਾਕਸ ਹੁੰਦੇ ਆ ਪ੍ਰਚਲਿਤ ਧਰਮ। ਪ੍ਰਚਲਿਤ ਧਰਮ ਵਿੱਚ ਉਸ ਵੇਲੇ ਬ੍ਰਾਹਮਣਿਜ਼ਮ ਦਾ ਬੋਲਬਾਲਾ ਸੀ ਤੇ ਉਹ ਵੇਦਾਂ ਨੂੰ ਸਰਵਉੱਚ ਮੰਨਦੇ ਸੀ। ਪਰ ਇਹਨਾਂ ਨੇ ਵੇਦਾਂ ਦੀ ਅਥੋਰਿਟੀ ਨੂੰ ਸਰਵਉੱਚ ਨਹੀਂ ਮੰਨਿਆ। ਇਹ ਗੱਲ ਸਹੀ ਹੋ ਗਈ। ਡਿਨਾਇਲ ਆਫ ਐਫੀਕੇਸੀ ਆਫ ਰਿਚੁਅਲਸ। ਉਸ ਵੇਲੇ ਕਿਰਿਆਕਰਮ ਬਹੁਤ ਸੀਗੇ ਤੇ ਇਹਨਾਂ ਦੋਵਾਂ ਨੇ, ਜੈਨ ਤੇ ਬੋਧੀਆਂ ਨੇ, ਕਿਰਿਆਕਰਮ ਨੂੰ ਕਿਹਾ ਨਹੀਂ, ਇਹ ਸਹੀ ਨਹੀਂ। ਸਹੀ ਹੈ ਜੀ। ਨੋਨ ਇੰਜਰੀ ਟੂ ਐਨੀਮਲਸ, ਐਨੀਮਲ ਲਾਈਫ। ਜੀਵ ਜੰਤੂਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਹਿੰਸਾ ਨਹੀਂ ਕਰਨੀ, ਇਹ ਵੀ ਦੋਵਾਂ ਨੇ ਕਿਹਾ। ਤਾਂ ਆਂਸਰ ਹੋ ਗਿਆ ਜੀ ਦੂਜਾ, ਤੀਜਾ ਤੇ ਚੌਥਾ ਸਹੀ ਹੈ। ਪਿਛਲੇ ਸਾਲ ਦੇ ਪ੍ਰਸ਼ਨਾਂ ਨੂੰ ਜਦੋਂ ਅਸੀਂ ਪੜ੍ਹਨਾ ਨਾ, ਸਿਰਫ ਆਂਸਰ ਨੂੰ ਨਹੀਂ ਲੱਭਣਾ, ਅਸੀਂ ਕੁਐਸਚਨ ਦੇ ਸਟਾਈਲ ਨੂੰ ਭੋਖਣਾ ਆ ਤੇ ਆਹ ਜਿਹੜੇ ਬਾਕੀ ਪੁਆਇੰਟ ਆ ਉਹਨਾਂ ਨੂੰ ਵੀ ਸਮਝ ਲੈਣਾ ਆ, ਕਿਉਂਕਿ ਕੁਐਸਚਨ ਰਿਪੀਟ ਹੁੰਦੇ ਆ। 15ਵਾਂ ਪ੍ਰਸ਼ਨ ਪੜ੍ਹੋ ਜੀ। ਇਨ ਦਾ ਕੰਟੈਕਸਟ ਆਫ ਏਂਸ਼ੀਅੰਟ ਇੰਡੀਅਨ ਸੋਸਾਇਟੀ। ਪ੍ਰਾਚੀਨ ਭਾਰਤ ਦੇ ਸਮਾਜ ਦੀ ਗੱਲ ਕਰੀਏ ਜੀ। ਵਿਚ ਵਨ ਆਫ ਦਾ ਫੋਲੋਇੰਗ ਟਰਮਸ ਡਜ਼ ਨਾਟ ਬਿਲੋਂਗ ਟੂ ਦਾ ਕੈਟਾਗਰੀ ਆਫ ਅਦਰ 3। ਆਹ ਦੇਖੋ, 4 ਟਰਮਸ ਦਿੱਤੀਆਂ ਗਈਆਂ ਆ। ਕੁੱਲ, ਤੁਸੀਂ ਕਿਸ ਕੁੱਲ ਵਿੱਚ ਪੈਦਾ ਹੋਏ, ਤੁਸੀਂ ਕਿਸ ਵੰਸ਼ ਵਿੱਚ ਪੈਦਾ ਹੋਏ, ਵੰਸ਼, ਇਹ ਹੈ ਜੀ ਵੰਸ਼। ਕੋਸ, ਕੋਸ ਦਾ ਨਹੀਂ ਮਤਲਬ ਪਤਾ। ਤੁਸੀਂ ਗੋਤ, ਗੋਤਰ, ਤੁਸੀਂ ਕਿਸ ਗੋਤ ਵਿੱਚ ਪੈਦਾ ਹੋਏ, ਤੁਹਾਡਾ ਗੋਤ ਕੀ ਆ। ਆਹ ਤੁਸੀਂ ਦੇਖੋ, ਆਹ ਤਿੰਨੇ ਕੀ ਆ, ਇਹ ਤੁਹਾਡੀ ਫੈਮਿਲੀ ਨਾਲ ਸੰਬੰਧਿਤ ਆ। ਕਿਹੜੇ ਕੁਲ 'ਚ ਪੈਦਾ ਹੋਏ, ਕਿਹੜੇ ਵੰਸ਼ ਵਿੱਚ ਪੈਦਾ ਹੋਏ, ਕਿਹੜੇ ਗੋਤ ਵਿੱਚ ਪੈਦਾ ਹੋਏ। ਤੇ ਕੋਸ਼ ਹੁੰਦਾ ਜੀ ਕੋਸ਼ਖਾਨਾ, ਇਹ ਹੈ ਫਾਈਨੈਂਸ ਨਾਲ ਸੰਬੰਧਿਤ। ਕੋਸ਼ ਮਤਲਬ ਤੁਹਾਡਾ ਜਿਹੜਾ ਹੁੰਦਾ ਨੀ ਖਜ਼ਾਨਾ, ਉਹਦੇ ਨਾਲ ਸੰਬੰਧਿਤ ਆ ਕੋਸ਼। ਇਸ ਲਈ ਆਂਸਰ ਹੋ ਗਿਆ ਸੀ। ਸੀ ਥੋੜਾ ਓਡ ਹੋ ਗਿਆ, ਬਾਕੀ ਤਿੰਨੇ ਇੱਕੋ ਹੀ ਕੈਟਾਗਰੀ ਦੇ ਆ। ਸੀ ਆਂਸਰ ਆ ਜੀ। ਅੱਗੇ ਦੇਖੋ ਜੀ, ਆਹ ਸੀ ਹੋ ਗਿਆ ਨਾ। ਕੋਸ਼ ਕਿਹਦੇ ਲਈ ਯੂਜ਼ ਹੁੰਦਾ ਆ, ਟ੍ਰੇਅਰੀ, ਤੁਹਾਡਾ ਖਜ਼ਾਨਾ ਕਿੰਨਾ। ਤੇ ਬਾਕੀ ਤਿੰਨ ਕੀ ਸੀ, ਫੈਮਿਲੀ ਨਾਲ ਸੰਬੰਧਿਤ, ਤੁਸੀਂ ਕਿਸ ਵੰਸ਼ ਦੇ ਆ, ਕਿਸ ਕੁੱਲ ਦੇ ਆ, ਇਹ ਸਭ ਕੀ ਆ, ਤੁਹਾਡੇ ਪਰਿਵਾਰ ਨਾਲ ਸੰਬੰਧਿਤ ਆ। ਅੱਗੇ ਦੇਖੋ ਜੀ। ਹੂ ਅਮੰਗ ਦਾ ਫੋਲੋਇੰਗ ਇਜ਼ ਨੋਨ ਫॉर ਹਿਜ਼ ਵਰਕ ਔਨ ਮੈਡੀਸਿਨ ਡਿਊਰਿੰਗ ਦਾ ਗੁਪਤਾ ਪੀਰੀਅਡ। ਅਸੀਂ ਪੜ੍ਹਿਆ ਗੁਪਤਾ ਕਾਲ ਦੌਰਾਨ ਮੈਡੀਸਨ ਦੇ ਉੱਤੇ ਇੱਕ ਬੰਦਾ ਬੜਾ ਫੇਮਸ ਸੀਗਾ। ਉਹ ਕੌਣ ਸੀ ਜੀ, ਮੈਡੀਸਿਨ, ਦਵਾਈਆਂ ਨਾਲ ਸੰਬੰਧਿਤ ਡਾਕਟਰ ਸੀ ਉਹ ਸੀ ਸੁਸ਼ਰੂਤ। ਸੁਸ਼ਰੂਤ, ਉਹਨੇ ਕਿਤਾਬ ਲਿਖੀ ਸੀ ਸੁਸ਼ਰੂਤ ਸੰਹਿਤਾ। ਦੇਖੋ ਜੀ, ਸੁਸ਼ਰੂਤ ਸੰਹਿਤਾ ਸੁਸ਼ਰੂਤ ਦੁਆਰਾ ਲਿਖੀ ਗਈ ਕਿਤਾਬ ਸੀ। ਉਹਨਾਂ ਨੂੰ ਗੁਪਤ ਕਾਲ ਦੌਰਾਨ ਸਭ ਤੋਂ ਵਧੀਆ ਸਰਜਨ ਕਿਹਾ ਜਾਂਦਾ ਸੀ। ਇਹ ਸਰਜਨ ਸੀ, ਆਪਣੀ ਬੋਡੀ ਨੂੰ ਜਿੱਦਾਂ ਮੰਨ ਲਓ ਕਿ ਕੱਟ ਵੱਢ ਕਰਕੇ ਉਹਨੂੰ ਸੀ ਵੀ ਲੈਂਦੇ ਸੀ, ਜੇ ਕਿਤੋਂ ਕੱਟ ਵੱਢ ਲੱਗੀ ਆ ਉਹਨੂੰ ਠੀਕ ਕਰ ਲੈਂਦੇ ਸੀ। ਸਰਜਨ ਸੀ ਜੀ। ਸਰਜਨ ਸਮਝਦੇ ਨਾ, ਜਿਹੜੇ ਸਰਜਰੀ ਕਰਦੇ ਆ। ਇਹ ਦੇਖ ਲਓ,
उस समय ਵਿੱਚ ਵੀ है ना 300-400 ਈਸਵੀ ਦੀ ਗੱਲ ਹੋ ਰਹੀ ਆ। ਉਸ ਸਮੇਂ ਵਿੱਚ ਵੀ ਸਰਜਰੀ ਵਗੈਰਾ ਦੀ ਨੌਲੇਜ ਭਾਰਤ ਵਿੱਚ ਸੀਗੀ। ਤਾਂ ਸੁਸ਼ਰੂਤ ਐਸ ਤੋਂ ਸਰਜਨ, ਠੀਕ ਹੈ ਜੀ, ਗੁਪਤਾ ਕਾਲ ਵਿੱਚ ਹੋਏ ਇਹ ਯਾਦ ਰੱਖਣਾ ਇੰਪੋਰਟੈਂਟ ਆ। ਅਗਲਾ ਪ੍ਰਸ਼ਨ ਦੇਖੋ ਜੀ, ਵਿਚ ਵਨ ਆਫ ਦਾ ਫੋਲੋਇੰਗ ਸਕਲਪਚਰਸ ਹੁੰਦੀਆਂ ਜੀ ਮੂਰਤੀਆਂ, ਵਾਜ਼ ਇਨਵੇਰੀਏਬਲੀ ਯੂਜ਼ਡ ਗ੍ਰੀਨ ਸਿਸਟ ਐਜ਼ ਦਾ ਮੀਡੀਅਮ। ਗ੍ਰੀਨ ਸਿਸਟ ਪੱਥਰ ਦੀ ਵੈਰਾਈਟੀ ਆ, ਮੈਟਾਮੋਰਫਿਕ ਰੌਕ ਹੁੰਦੀਆਂ ਜੀ ਗ੍ਰੀਨ ਸਿਸਟ। ਹੁਣ ਪ੍ਰਸ਼ਨ ਆਉਂਦਾ ਜੀ, ਇਹਨਾਂ ਵਿੱਚੋਂ ਕਿਹੜੀਆਂ ਮੂਰਤੀਆਂ ਵਿੱਚ, ਕਿੱਥੋਂ ਦੀਆਂ ਮੂਰਤੀਆਂ ਵਿੱਚ ਗ੍ਰੀਨ ਸਿਸਟ ਯੂਜ਼ ਹੋਇਆ, ਵਰਤਿਆ ਗਿਆ। ਜੇ ਤੁਹਾਨੂੰ ਲਾਈਨ ਨਹੀਂ ਸਮਝ ਲੱਗਦੀ ਤਾਂ ਇਹਦਾ ਹਿੰਦੀ ਵਿੱਚ ਅਨੁਵਾਦ ਪੇਪਰ ਵਿੱਚ ਪੜ੍ਹ ਲੈਣਾ ਤੁਸੀਂ। ਗ੍ਰੀਨ ਸਿਸਟ ਥੋੜ੍ਹਾ ਟਫ ਪ੍ਰਸ਼ਨ ਆ ਇਹ, ਤਾਂ ਨਹੀਂ ਆਉਂਦਾ ਤਾਂ ਛੱਡ ਦੇਣਾ। ਆਨਸਰ ਹੈ ਜੀ ਬਹਿਰੂਤ ਸਕਲਪਚਰ। ਆਉਂਦਾ ਆ ਠੀਕ ਆ, ਨਹੀਂ ਆਉਂਦਾ ਛੱਡ ਦੇਣਾ। ਮੈਚ ਲਿਸਟ 1 ਵਿਦ ਲਿਸਟ 2 ਐਂਡ ਸਿਲੈਕਟ ਦਾ ਕਰੈਕਟ ਆਂਸਰ। ਦੇਖੋ ਜੀ, ਵਿਸ਼ਾਖ ਦੱਤ, ਬਰਾਹਮੀ ਹੀਰਾ, ਚਰਕ, ਬ੍ਰਹਮਗੁਪਤਾ। ਆਹ ਕੀ ਹੈ ਜੀ, ਇਹਨਾਂ ਦਾ ਫੀਲਡ ਆ। ਮੈਡੀਸਿਨ ਨਾਲ ਸੰਬੰਧਿਤ ਕੌਣ ਸੀ, ਡਰਾਮੇ ਨਾਲ ਸੰਬੰਧਿਤ ਕੌਣ ਸੀ, ਐਸਟਰੋਨੋਮੀ ਨਾਲ ਸੰਬੰਧਿਤ ਕੌਣ ਸੀ, ਮੈਥੇਮੈਟਿਕਸ ਨਾਲ ਸੰਬੰਧਿਤ ਕੌਣ ਸੀ। ਹੁਣ ਜੇ ਤੁਹਾਨੂੰ ਇੱਕ ਪਤਾ, ਵਿਸ਼ਾਖ ਦੱਤ ਨੇ ਲਿਖੀ ਸੀ ਜੀ ਮੁਦਰਾ ਰਾਖਸ਼, ਹੈ ਨਾ, ਕਿਤਾਬ ਲਿਖੀ ਸੀ ਮੁਦਰਾ ਰਾਖਸ਼। ਇਹਦਾ ਮਤਲਬ ਇਹ ਕੀ ਹੋ ਗਿਆ, ਡਰਾਮਾ ਉਹਨੇ ਲਿਖਿਆ ਸੀ ਮੁਦਰਾ ਰਾਖਸ਼। ਇਹਦਾ ਹੋ ਗਿਆ 2, ਇਹਦਾ ਹੋ ਗਿਆ 2। ਇਹਦਾ ਮਤਲਬ ਆ ਵੀ ਕੱਟਿਆ ਗਿਆ ਤੇ ਆ ਵੀ ਕੱਟਿਆ ਗਿਆ, ਇਹਨਾਂ ਦੋਵਾਂ 'ਚ ਇੱਕ ਆਂਸਰ, ਠੀਕ ਹੈ। ਬਰਾਹਮੀ ਹੀਰਾ ਜੀ ਮੈਥੇਮੈਟੀਸ਼ੀਅਨ ਸੀ। ਬ੍ਰਹਮੀ ਹੀਰਾ ਮੈਥੇਮੈਟੀਸ਼ੀਅਨ ਸੀਗਾ, ਪਰ ਇਹਨੇ ਐਸਟਰੋਨੋਮੀ ਦੇ ਉੱਤੇ ਵੀ ਕੰਮ ਕੀਤਾ ਸੀ ਬ੍ਰਹਮੀ ਹੀਰਾ ਨੇ, ਇਸ ਲਈ ਇਹ ਕਨਫਿਊਜ਼ਿੰਗ ਹੋ ਗਿਆ। ਇਹ ਵੈਸੇ ਨਾ ਤੁਹਾਨੂੰ ਚਾਰੋਂ ਦੇ ਚਾਰੋਂ ਨਾਮ ਪਤਾ ਹੋਣੇ ਚਾਹੀਦੇ ਆ, ਇਹ ਇੰਪੋਰਟੈਂਟ ਨਾਮ ਆ, ਇਸ ਲਈ ਇੱਕਦਮ ਆਨਸਰ ਨਹੀਂ ਲਾ ਲੈਣਾ, ਰੁਕ ਜਾਓ। ਚਰਕ, ਆਹ ਦੇਖੋ ਜੀ ਚਰਕ ਨੇ ਚਰਕ ਸੰਹਿਤਾ ਲਿਖੀ ਸੀ, ਤੇ ਇਹ ਕੀ ਸੀਗਾ, ਆਯੁਰਵੇਦ ਦੇ ਉੱਤੇ ਸੀਗਾ ਜੀ ਬੰਦਾ, ਬਹੁਤ ਫੇਮਸ, ਮੈਡੀਸਿਨ ਦੇ ਨਾਲ ਸੰਬੰਧਿਤ ਸੀ। ਇਹਦਾ ਮਤਲਬ ਸੀ ਦਾ ਹੋ ਗਿਆ 1। ਹੁਣ ਦੇਖੋ ਸੀ ਦਾ 1 ਕਿਹਦੇ ਵਿੱਚ ਆ ਜੀ ਸੀ ਦਾ 1, ਠੀਕ ਹੈ ਨਾ। ਤੇ ਬ੍ਰਹਮਗੁਪਤ ਵੀ ਮੈਥੇਮੈਟੀਸ਼ੀਅਨ ਤੇ ਐਸਟਰੋਨੋਮੀ ਨਾਲ ਸੰਬੰਧਿਤ ਸੀ। ਧਿਆਨ ਨਾਲ ਗੱਲ ਸਮਝੀਏ, ਬ੍ਰਹਮੀ ਹੀਰਾ ਤੇ ਬ੍ਰਹਮਗੁਪਤ ਇਹ ਦੋਨੋਂ ਮੈਥੇਮੈਟੀਸ਼ੀਅਨ ਤੇ ਐਸਟਰੋਨੋਮੀ ਨਾਲ ਸੰਬੰਧਿਤ ਸੀ, ਇਸ ਲਈ ਇਹਨਾਂ ਦੋਵਾਂ ਵਿੱਚ ਅਸੀਂ ਹੋ ਜਾਣਾ ਕਨਫਿਊਜ਼। ਪਰ ਹੁਣ ਇਹਨਾਂ ਦੋਵਾਂ ਦੇ ਬੇਸ 'ਤੇ ਅਸੀਂ ਆਨਸਰ ਲੱਭਣਾ ਆ। ਏ ਦਾ ਹੈਗਾ ਆ ਜੀ ਡਰਾਮਾ B, ਏ ਦਾ ਹੈਗਾ 2, ਠੀਕ ਹੈ ਜੀ, ਤੇ ਸੀ ਦਾ ਹੈਗਾ ਆ 1। ਏ ਦਾ 2 ਤੇ ਸੀ ਦਾ 1, ਆਹ ਆਨਸਰ ਹੋਇਆ ਜੀ ਸੀ, ਠੀਕ ਹੈ ਜੀ, ਆਹ ਆਨਸਰ ਹੋਇਆ ਸਾਡਾ। ਤੁਸੀਂ ਇਸ ਤਰ੍ਹਾਂ ਆਨਸਰ ਕੱਢਣੇ ਆ ਤੇ ਜਲਦਬਾਜ਼ੀ ਨਹੀਂ ਕਰਨੀ। ਹੁਣ ਤੁਸੀਂ ਇਹਨਾਂ ਸਾਰਿਆਂ ਨੂੰ ਲਿਖ ਲੈਣਾ। ਵਿਸ਼ਾਖ ਦੱਤ ਮੁਦਰਾ ਰਾਖਸ਼ ਲਿਖੀ ਸੀ, ਡਰਾਮਾ। ਬ੍ਰਹਮੀ ਹੀਰਾ ਉਹ ਐਸਟਰੋਨੋਮੀ ਤੇ ਮੈਥੇਮੈਟੀਸ਼ੀਅਨ ਦੋਨੋਂ ਸੀ। ਚਰਕ ਸੰਹਿਤਾ ਮੈਡੀਸਿਨ, ਹੈ ਨਾ, ਆਪਣੇ ਆਯੁਰਵੇਦ ਦੇ ਉੱਤੇ ਗੱਲਾਂ ਲਿਖੀਆਂ। ਬ੍ਰਹਮਗੁਪਤਾ ਉਹ ਵੀ ਐਸਟਰੋਨੋਮੀ ਤੇ ਮੈਥੇਮੈਟਿਕਸ ਦੋਵਾਂ ਨਾਲ ਸੰਬੰਧਿਤ ਸੀ। ਅੱਛਾ ਜੀ, ਅੱਗੇ ਚੱਲਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਟੈਕਸਟ ਆਫ ਏਸ਼ੀਅੰਟ ਇੰਡੀਆ, ਪ੍ਰਾਚੀਨ ਭਾਰਤ ਵਿੱਚ ਆਹ ਕਿਤਾਬ ਵਗੈਰਾ ਆਹ ਗੱਲਾਂ ਕਿਹਨੇ ਲਿਖੀਆਂ ਸੀ, ਹੈ ਨਾ, ਜਿਹਨੇ ਵੀ ਲਿਖੀਆਂ ਸੀ। ਅਲਾਉਜ਼ ਡਾਈਵੋਰਸ ਟੂ ਏ ਵਾਈਫ ਡਿਜ਼ਰਟਡ ਬਾਈ ਹਰ ਹਸਬੈਂਡ, ਜੇ ਕਿਸੇ ਔਰਤ ਨੂੰ ਉਹਦੀ ਹਸਬੈਂਡ ਨੇ ਛੱਡਤਾ ਤੇ ਉਹਨੂੰ ਡਾਈਵੋਰਸ ਮਿਲ ਸਕਦਾ ਹੈ। ਸਿੰਪਲੀ ਕਿਹਾ ਜਾਵੇ ਤਾਂ ਡਿਵੋਰਸ ਬਾਰੇ ਗੱਲਾਂ ਕਿਹੜੇ ਕਿਤਾਬ ਵਿੱਚ ਲਿਖੀਆਂ ਗਈਆਂ, ਡਾਈਵੋਰਸ ਬਾਰੇ। ਡਿਵੋਰਸ ਦੀ ਪ੍ਰੋਵੀਜ਼ਨ ਵੀ ਸੀਗੀ। ਕਾਮ ਸੂਤਰਾ, ਮਾਨਵ ਧਰਮ ਸ਼ਾਸਤਰਾ, ਸ਼ੁਕਰ ਨੀਤੀਸਾਰਾ, ਅਰਥ ਸ਼ਾਸਤਰਾ। ਆਹ ਤਾਂ ਨਹੀਂ ਹੈ ਜੀ, ਠੀਕ ਹੈ ਨਾ। ਹੁਣ ਸਾਨੂੰ ਸਾਰੀਆਂ ਕਿਤਾਬਾਂ ਬਾਰੇ ਪਤਾ ਵੀ ਨਹੀਂ ਹੋਣਾ, ਸਾਨੂੰ ਥੋੜ੍ਹੀ ਪਤਾ ਹੋਣਾ ਆਹ ਕਿਹੜੀ ਕਿਤਾਬ ਆ ਤੇ ਆਹ ਕਿਹੜੀ ਕਿਤਾਬ ਆ। ਆਹ 2 ਕੁ ਪਤਾ ਹੈ ਜੀ। ਇਹ ਤੁਸੀਂ ਲਿਖੋ ਜੀ ਅਰਥ ਸ਼ਾਸਤਰ ਆਨਸਰ ਇਹਦਾ ਆਨਸਰ, ਕਿਉਂਕਿ ਅਰਥ ਸ਼ਾਸਤਰ ਵਿੱਚ ਚਾਣਕਿਆ ਨੇ ਲਿਖਿਆ ਸੀ ਕਿ ਵਾਈਫ ਜਿਹੜੀ ਆ ਉਹਨੂੰ ਉਹ ਵੀ ਅਲੱਗ ਹੋ ਸਕਦੀ ਆ ਆਪਣੇ ਪਤੀ ਤੋਂ। ਜੇ ਪਤੀ ਉਹਨੂੰ ਛੱਡ ਦਿੰਦਾ ਤੇ ਓਫੀਸ਼ੀਅਲੀ ਉਹਨੂੰ ਡਾਈਵੋਰਸ ਦੀ ਕੀ ਆ ਪਰਮਿਸ਼ਨ ਸੀਗੀ, ਮਤਲਬ ਤਲਾਕ ਹੋ ਗਿਆ, ਉਹ ਹੁਣ ਕਿਸੇ ਦੂਜੇ ਥਾਂ ਵਿਆਹ ਕਰ ਸਕਦੀ ਆ। ਡਿਵੋਰਸ ਦੀ ਗੱਲ ਲਿਖੀ ਸੀ ਅਰਥ ਸ਼ਾਸਤਰ ਵਿੱਚ, ਠੀਕ ਹੈ ਜੀ। ਮੈਚ ਲਿਸਟ 1 ਵਿਦ ਲਿਸਟ 2 ਐਂਡ ਸਿਲੈਕਟ ਦਾ ਕਰੈਕਟ ਆਂਸਰ ਯੂਜ਼ਿੰਗ ਦਾ ਕੋਰਸ ਗਿਵਨ ਬਿਲੋ ਦਾ ਲਿਸਟ। ਦੇਖੋ ਜੀ, ਆਹ ਕੀ ਆ, ਗੁਪਤਾ, ਚੰਡੇਲਾ, ਚਾਲੁਕਿਆ ਤੇ ਪੱਲਵ। ਇਹ ਕੀ ਹੈ ਜੀ, ਸਾਮਰਾਜ। ਆਹ ਕੀ ਆ, ਬਦਾਮੀ, ਪੰਨਾਮਲਾਈ, ਖਜੁਰਾਹੋ, ਦਿਓਗੜ। ਇਹ ਕੀ ਹੈ ਜੀ, ਇਹ ਜਗ੍ਹਾਵਾਂ ਦੇ ਨਾਮ ਆ।
ਹੁਣ ਆਪਾਂ ਮੈਚ ਕਰਨਾ ਕਿ ਕਿਹੜਾ ਸਾਮਰਾज्य ਕਿਹੜੀ ਜਗ੍ਹਾ ਨਾਲ ਸੰਬੰਧਿਤ ਸੀ। ਗੁਪਤਾ, ਬਦਾਮੀ ਆਹ ਮੈਨੂੰ ਪਤਾ ਜੀ, ਬਦਾਮੀ ਦੇ ਵਿੱਚ ਕੀ ਸੀਗੇ, ਚਾਲੁਕਿਆ ਰਾਜ ਕਰਦੇ। ਸੀ ਦਾ ਪਹਿਲਾ, ਅਸੀਂ ਪੜ੍ਹਿਆ ਕਿ ਬਦਾਮੀ ਜਿਹਨੂੰ ਪਹਿਲਾਂ ਬਟਾਪੀ ਵੀ ਕਹਿੰਦੇ ਸੀ, ਉਹ ਚਾਲੁਕਿਆ ਦੀ ਰਾਜਧਾਨੀ ਸੀ। ਤਾਂ ਪੱਲਵਾਂ ਨੇ ਅਟੈਕ ਕਰਕੇ ਇਹਨੂੰ ਕਾਫੀ ਤਹਿਸ ਨਹਿਸ ਕੀਤਾ ਸੀਗਾ। ਕੁਛ ਗੱਲਾਂ ਅਸੀਂ ਪੜ੍ਹੀਆਂ ਸੀ। ਸਿੰਪਲੀ ਗੱਲ ਹੋ ਗਈ, ਬਦਾਮੀ ਕਿਹਨਾਂ ਦਾ ਹੋ ਗਿਆ, ਚਾਲੁਕਿਆਂ ਦਾ। ਇਹ ਕਰਨਾਟਕਾ ਸਾਈਡ ਰੀਜਨ ਆ। ਸੀ ਦਾ ਹੋ ਗਿਆ ਪਹਿਲਾ, ਦੇਖੋ ਸੀ ਦਾ ਪਹਿਲਾ ਕਿੱਥੇ ਆ, ਇਹਦੇ ਵਿੱਚ। ਇਹਦਾ ਮਤਲਬ ਆ ਬੀ ਤੇ ਸੀ ਕੱਟ ਹੋ ਗਏ ਜੀ। ਪਹਿਲਾ ਤੇ ਚੌਥੇ ਵਿੱਚ ਕੋਈ ਆਂਸਰ ਆ। ਪੱਲਵ ਅਸੀਂ ਪੜ੍ਹਿਆ ਕਿ ਇੱਧਰ ਸੀਗੇ ਤੁਹਾਡੇ ਸਾਊਥਰਨ ਆਂਧਰਾ ਤੇ ਨਾਰਥਰਨ ਤਮਿਲਨਾਡੂ। ਪੰਨਾ ਮਲਾਈ, ਖਜੁਰਾਹੋ, ਦਿਓਗੜ੍ਹ। ਆਹ ਦਿਓਗੜ੍ਹ ਤਾਂ ਝਾਂਸੀ ਲੱਗ ਗਈ ਆ, ਹਨਾ। ਤੇ ਚੰਡੇਲਾ, ਆਹ ਅਸੀਂ ਪੜ੍ਹਿਆ ਕਿ ਜਿਹੜੇ ਚੰਡੇਲਾ ਨਾ, ਤੁਸੀਂ ਜੋ ਹਿਸਟਰੀ ਪੜ੍ਹੀ ਹੈ, ਚੰਡੇਲਾ ਖਜੁਰਾਹੋ ਦੀਆਂ ਜਿਹੜੀਆਂ ਮੂਰਤੀਆਂ ਨਾ, ਉਹ ਚੰਡੇਲਾ ਕਿੰਗਡਮ ਦੇ ਅੰਦਰ ਆਉਂਦੀਆਂ। ਇਹ ਤੁਸੀਂ ਲਿਖ ਲੈਣੇ ਆ। ਖਜੁਰਾਹੋ ਕਿਹਨਾਂ ਦੇ ਅੰਤਰਗਤ ਆਉਂਦਾ ਸੀ, ਚੰਡੇਲਾ। ਤਾਂ ਬੀ ਦਾ ਹੋ ਗਿਆ ਤੀਜਾ, ਬੀ ਦਾ ਤੀਜਾ ਆਂਸਰ ਹੋ ਗਿਆ ਜੀ ਏ। ਆਂਸਰ ਹੋ ਗਿਆ ਏ, ਕਿਉਂਕਿ ਇੱਥੇ ਤਾਂ ਬੀ ਦਾ ਚੌਥਾ ਆ। ਅੱਛਾ, ਤੁਸੀਂ ਇਸ ਤਰ੍ਹਾਂ ਆਂਸਰ ਕੱਢ ਲੈਣਾ, ਪਰ ਫਿਰ ਵੀ ਤੁਹਾਨੂੰ ਬਾਕੀ ਪਤਾ ਹੋਣੇ ਚਾਹੀਦੀਆਂ। ਜਿਹੜਾ ਗੁਪਤਾ ਸੀ ਨਾ, ਗੁਪਤਾ ਅੰਪਾਇਰ, ਉਹਨਾਂ ਦਾ ਮੇਨ ਸੈਂਟਰ ਇੱਥੇ ਲੱਗ ਗਿਆ ਸੀ ਦਿਓਗੜ੍ਹ ਦੇ। ਇਹ ਦਿਓਗੜ੍ਹ ਝਾਂਸੀ ਲੱਗ ਗਿਆ। ਦਿਓਗੜ੍ਹ ਵਿੱਚ ਦਸ਼ਾਵਤਾਰ ਟੈਂਪਲ ਆ, ਬੜਾ ਫੇਮਸ ਆ ਦਿਓਗੜ੍ਹ ਦਾ। ਤੇ ਇਹਦਾ ਹੋ ਗਿਆ ਚੌਥਾ। ਤੇ ਪੱਲਵ ਸੀ ਜੀ ਕਾਂਚੀਪੁਰਮ ਦੇ। ਹੁਣ ਕਾਂਚੀ ਤਾਂ ਇੱਥੇ ਦਿੱਤਾ ਨਹੀਂ, ਪੰਨਾ ਮਲਾਈ ਨੂੰ ਕਾਂਚੀ ਹੀ ਕਹਿੰਦੇ ਆ, ਪੰਨਾ ਮਲਾਈ ਕਾਂਚੀ ਨੂੰ ਕਹਿੰਦੇ ਆ ਜੀ। ਪਰ ਫਿਰ ਵੀ ਤੁਹਾਨੂੰ ਜੇ ਥੋੜ੍ਹੀ ਬਹੁਤ ਅੰਡਰਸਟੈਂਡਿੰਗ ਹੈਗੀ ਆ, ਇਹ ਪ੍ਰਸ਼ਨ ਦਾ ਆਂਸਰ ਤੁਸੀਂ ਅਨੈਲਿਸਿਸ ਦੁਆਰਾ ਕਰ ਲਓਗੇ। ਅੱਗੇ ਦੇਖੋ ਜੀ, ਆਹ ਦੇਖੋ, ਕਰਨਾਟਕ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਬਦਾਮੀ ਨੂੰ ਬਟਾਪੀ ਵੀ ਕਿਹਾ ਜਾਂਦਾ ਸੀ। ਤਾਮਿਲਨਾਡੂ ਵਿੱਚ ਪੰਨਾ ਮਲਾਈ ਜਾਂ ਕਾਂਚੀ ਪੱਲਵ ਦੀ ਰਾਜਧਾਨੀ ਸੀ। ਠੀਕ ਹੈ ਨਾ, ਆਹ ਗੱਲ ਹੋ ਗਈ। ਅੱਗੇ ਦੇਖੋ, which one of the following statements regarding Ashoka stone pillars is incorrect? ਅਸ਼ੋਕਾ ਨੇ ਜਿਹੜੇ ਪੱਥਰ ਦੇ ਥੰਮ ਗੱਡੇ ਸੀ, ਸਟੋਨ ਪਿੱਲਰ ਸੀਗੇ ਗੱਡੇ, ਉਹਦੇ ਸੰਦਰਭ ਵਿੱਚ ਇਹਨਾਂ ਵਿੱਚੋਂ ਕਿਹੜੀਆਂ ਗੱਲਾਂ ਗਲਤ ਆ। ਆਹ ਤੁਸੀਂ ਜ਼ਰੂਰ ਯਾਦ ਕਰਨਾ, ਦਿਮਾਗ 'ਚ ਰੱਖਣਾ। ਕਰੈਕਟ ਪੁੱਛਿਆ ਗਿਆ ਆ ਕਿ ਇਨਕਰੈਕਟ ਪੁੱਛਿਆ ਗਿਆ। ਅਸੀਂ ਦੇਖਣਾ ਇਨਕਰੈਕਟ ਪੁੱਛਿਆ ਗਿਆ, ਕਿਹੜਾ ਗਲਤ ਆ। these are highly polished, ਬਹੁਤ ਇਹਨਾਂ ਉੱਤੇ ਉਹ ਕੀਤਾ ਗਿਆ ਸੀ, ਇਹਨਾਂ ਨੂੰ ਚਮਕਾਇਆ ਗਿਆ ਸੀ, ਰਗੜ ਕੇ ਪਲੇਨ ਕੀਤਾ ਗਿਆ ਸੀ। ਥੰਮ ਕਾਫੀ ਪਲੇਨ ਆ। ਜੇ ਨਹੀਂ ਵੀ ਤੁਹਾਨੂੰ ਪਤਾ ਵੀ ਇਹ ਸਹੀ ਹੈ ਜਾਂ ਗਲਤ ਆ, ਇਸ ਤਰ੍ਹਾਂ ਲੀਕ ਲਾ ਲੈਣੇ। these are monolithic, ਇੱਕ ਹੀ ਪੱਥਰ ਦੇ ਬਣੇ ਹੋਏ ਹੁੰਦੇ ਸਨ ਆਮ ਤੌਰ ਤੇ। ਇਹ ਵੀ ਗੱਲ ਸਹੀ ਹੈ ਜੀ, ਮੋਨੋਲਿਥਿਕ ਜਿਹੜੇ ਪਿੱਲਰਸ ਹੁੰਦੇ ਸੀ ਇਹ। ਠੀਕ ਹੈ ਇਹ ਗੱਲ। The shafts of pillars is tapering in shape. ਟੇਪਰਿੰਗ ਹੁੰਦਾ ਜੀ, ਜਿਹੜਾ ਤੁਸੀਂ ਪਿੱਲਰ ਗੱਡਿਆ ਨਾ, ਉਹ ਥੋੜਾ ਉੱਤੇ ਨੂੰ ਜਾਂਦਾ ਪਤਲਾ ਹੁੰਦਾ ਆ। ਇਹ ਵੀ ਗੱਲ ਹੈ ਜੀ। ਠੀਕ ਹੈ ਜੀ, ਜੇ ਨਹੀਂ ਵੀ ਪਤਾ ਇਹਨੂੰ ਤੁਸੀਂ ਲੀਕ ਮਾਰ ਲਓ। These are parts of architectural structures. ਆਰਕੀਟੈਕਚਰ, ਭਵਨ ਨਿਰਮਾਣ ਕਲਾ ਉਹਦਾ ਪਾਰਟ ਸੀ। ਨਹੀਂ, ਤੁਸੀਂ ਦੇਖੋਗੇ ਕਿ ਇਹ ਜਿਹੜੇ ਸਟੋਨ ਪਿੱਲਰ ਗੱਡੇ ਗਏ ਆ, ਸੀ, ਇਹ ਇੱਦਾਂ ਹੀ ਕਿਤੇ ਜਗ੍ਹਾ ਤੇ ਗੱਡਦੇ। ਇਹ ਕਿਸੇ ਮਹਿਲ ਵਿੱਚ ਨਹੀਂ ਗੱਡੇ ਗਏ, ਕਿਸੇ ਹੋਰ ਭਵਨ ਕੋਈ ਬਣਾਇਆ ਆ ਸਟਰਕਚਰ, ਉਹਦੇ ਅੰਦਰ ਨਹੀਂ ਗੱਡੇ ਗਏ। ਇਹ ਖੁੱਲੀ ਜਗ੍ਹਾ 'ਚ ਗੱਡੇ ਗਏ ਸੀ, ਤਾਂ ਕਿ ਇਹਨਾਂ ਉੱਤੇ ਸੰਦੇਸ਼ ਲਿਖ ਦਿੰਦੇ ਸੀ ਰਾਜੇ, ਤੇ ਆਮ ਲੋਕ ਇਹਨਾਂ ਨੂੰ ਪੜ੍ਹ ਸਕਦੇ ਸੀ ਸੰਦੇਸ਼ਾਂ ਨੂੰ। ਅਸ਼ੋਕਾ ਨੇ ਆਪਣੇ ਸੰਦੇਸ਼ ਲਿਖਵਾਏ ਸੀ ਇਹਨਾਂ ਤੇ। ਤਾਂ ਇਹ ਖੁੱਲੀ ਜਗ੍ਹਾ ਤੇ ਆਮ ਜਨਤਾ ਦੇ ਪੜ੍ਹਨ ਲਈ ਗੱਡੇ ਗਏ ਸੀ। ਇਹ ਕਿਸੇ ਆਰਕੀਟੈਕਚਰ ਸਟਰਕਚਰ ਦਾ ਪਾਰਟ ਨਹੀਂ ਸੀ, ਕਿਸੇ ਭਵਨ ਨਿਰਮਾਣ ਦਾ ਪਾਰਟ ਨਹੀਂ ਸੀ। ਇਹ ਖੁੱਲੀ ਜਗ੍ਹਾ ਤੇ ਗੱਡੇ ਗਏ ਸੀ। ਠੀਕ ਹੈ ਜੀ, ਤਾਂ ਇਨਕਰੈਕਟ ਕਿਹੜਾ ਆਂਸਰ ਹੋ ਗਿਆ, ਡੀ ਨੂੰ ਟਿਕ ਲਾ ਦਿਓ। ਇਹ ਵੀ ਤੁਸੀਂ ਦੇਖਿਓ ਕਿ ਜੇ ਪ੍ਰਸ਼ਨ ਆਸਾਨ ਆ ਨਾ, ਤੇ ਉਹਦਾ ਆਂਸਰ ਜਨਰਲੀ ਅਖੀਰ ਵਿੱਚ ਹੁੰਦਾ ਜੀ। ਇਹ ਮੇਰੀ ਪਰਸਨਲ ਆਬਜ਼ਰਵੇਸ਼ਨ ਆ। ਅੱਗੇ ਦੇਖੋ ਜੀ, which one of the following scripts of ancient India was written from right to left? ਪ੍ਰਾਚੀਨ ਭਾਰਤ ਵਿੱਚ ਜਿਹੜੀ ਇੱਕ ਲਿਪੀ ਆ, ਸਕ੍ਰਿਪਟ ਮਤਲਬ ਲਿਪੀ, ਉਹ ਰਾਈਟ ਟੂ ਲੈਫਟ ਲਿਖੀ ਗਈ ਆ। ਠੀਕ ਹੈ ਨਾ, ਰਾਈਟ ਟੂ ਲੈਫਟ, ਸੱਜੇ ਤੋਂ ਖੱਬੇ ਵੱਲ ਨੂੰ ਲਿਖੀ ਗਈ ਆ। NCERT ਦੀ ਜੇ ਤੁਸੀਂ ਕਿਤਾਬ ਪੜ੍ਹੀ ਆ, ਤੁਹਾਨੂੰ ਆਂਸਰ ਆ ਜਾਏਗਾ ਜੀ। ਬ੍ਰਹਮੀ ਇਹ ਨਹੀਂ ਹੋ ਸਕਦੀ, ਕਿਉਂ?
क्योंकि ब्रह्मी लिपि तो नागरी गुरमुखी ये सारियां डिवेलप होईयां तो ये लिपियां कित्थों आ सज्जे तो खब्बे तो सज्जे ਵੱਲ ਚੱਲਦੀਆਂ ਤੇ ਨੰਦ ਨਾਗਰੀ ਸਾਨੂੰ ਨਹੀਂ ਪਤਾ ਸ਼ਾਰਦਾ ਵੀ ਬ੍ਰਹਮੀ ਤੋਂ ਆਈ ਆ ਤਾਂ ਇਹ ਵੀ ਖੱਬੇ ਤੋਂ ਸੱਜੇ ਵੱਲ ਨੂੰ ਜਾਂਦੀ ਆ ਖਰੋਸ਼ਟੀ ਇਹ ਤੁਸੀਂ ਪਿੱਲਰ ਜਦੋਂ ਪੜ੍ਹੋਗੇ ਨਾ NCERT ਵਿੱਚ ਉੱਥੇ ਗੱਲ ਆਉਂਦੀ ਹੈ ਕਿ ਖਰੋਸ਼ਟੀ ਸਕ੍ਰਿਪਟ ਆ ਜੋ ਕਿ ਇਰਾਨੀ ਸਕ੍ਰਿਪਟ ਦਾ ਇੱਕ ਪਾਰਟ ਆ ਭਾਗ ਆ ਤੇ ਇਹ ਕੀ ਆ ਸੱਜੇ ਤੋਂ ਖੱਬੇ ਵੱਲ ਲਿਖੀ ਗਈ ਆ ਖਰੋਸ਼ਟੀ ਹੁਣ ਤੁਹਾਨੂੰ ਜੇ ਥੋੜ੍ਹਾ ਪਤਾ ਹੋਏਗਾ ਹੁਣ ਦੇਖੋ ਇਰਾਨੀ ਉੱਥੇ ਫਾਰਸੀ ਵਗੈਰਾ ਲਿਖਦੇ ਸੀ ਤੁਹਾਨੂੰ ਪਤਾ ਵੀ ਜਿਹਨੂੰ ਅਸੀਂ ਕਹਿੰਦੇ ਉਰਦੂ ਫਾਰਸੀ ਤਾਂ ਇੱਧਰ ਨੂੰ ਜਾਂਦੀ ਹੈ ਨਾ ਐਂ ਲਿਖਦੇ ਜਾਂਦੇ ਆ ਤਾਂ ਤੁਸੀਂ ਉੱਥੋਂ ਵੀ ਥੋੜ੍ਹਾ ਅੰਦਾਜ਼ਾ ਮਾਰ ਸਕਦੇ ਆ ਖਰੋਸ਼ਟੀ ਤਾਂ ਵੈਸੇ ਵੀ ਆਨਸਰ ਆ ਜੀ ਖਰੋਸ਼ਟੀ ਠੀਕ ਹੈ ਨਾ ਇਹ ਈਰਾਨ ਦੀ ਲਿਪੀ ਦਾ ਪਾਰਟ ਸੀ ਤੇ ਉੱਥੇ ਲਿਖਿਆ ਵੀ ਗਿਆ ਆ ਕਿ ਇਹ ਇੱਦਾਂ ਨਾ ਥੰਮ ਗੱਡਿਆ ਆ ਉਹ ਥੰਮ ਤੇ 2-3 ਪ੍ਰਕਾਰ ਦੀਆਂ ਲਿਪੀਆਂ ਲਿਖੀਆਂ ਗਈਆਂ ਆ ਠੀਕ ਹੈ ਤੇ ਕੁਛ ਲਿਪੀਆਂ ਖੱਬੇ ਤੋਂ ਸੱਜੇ ਵੱਲ ਸੀਗੀਆਂ ਤੇ ਕੁਛ ਸੱਜੇ ਤੋਂ ਖੱਬੇ ਵੱਲ ਖਰੋਸ਼ਟੀ ਆਉਂਦੀ ਹੈ ਜੀ ਖਰੋਸ਼ਟੀ ਅਸ਼ੋਕਾ ਦੇ ਥੰਮ ਜਿਹੜੇ ਇੱਧਰ ਗੱਡੇ ਗਏ ਆ ਅਫਗਾਨਿਸਤਾਨ ਸਾਈਡ ਭਾਰਤ ਦੇ ਉੱਤਰ ਪੱਛਮ ਏਰੀਏ ਵਿੱਚ ਉੱਥੇ ਖਰੋਸ਼ਟੀ ਲਿਪੀ ਵੀ ਪ੍ਰਯੋਗ ਹੋਈ ਆ ਇਹ NCERT ਵਿੱਚ ਪ੍ਰੋਪਰ ਫੋਟੋ ਦਿੱਤੀ ਗਈ ਆ ਅੱਗੇ ਜੀ ਇਸ ਥੰਮ ਦੀ ਫੋਟੋ ਦਿੱਤੀ ਗਈ ਆ ਤੇ ਐਕਸਪਲੇਨ ਕੀਤਾ ਗਿਆ ਆ ਮੈਂ ਕਿਹਾ ਸੀ ਨਾ ਕਿ NCERT ਵਿੱਚੋਂ ਪ੍ਰਸ਼ਨ ਬੜੇ ਬਣਦੇ ਆ ਉਹਦੀ ਉਦਾਹਰਨ ਆ ਜੀ ਅੱਗੇ ਦੇਖੋ ਜੀ ਦੇਖੋ ਥੋੜ੍ਹਾ ਪੜ੍ਹ ਲਈਏ ਖਰੋਸ਼ਟੀ ਲਿਪੀ ਨੂੰ ਜੇਮਸ ਪ੍ਰਿੰਸੈਪ ਦੁਆਰਾ ਇੰਡੋ ਯੂਨਾਨੀ ਕਾਲ ਦੇ ਦੋ ਭਾਸ਼ੀ ਸਿੱਖਿਆਂ ਦੀ ਵਰਤੋਂ ਨਾਲ ਸਮਝਿਆ ਗਿਆ ਸੀ ਖਰੋਸ਼ਟੀ ਲਿਪੀ ਨੂੰ ਕਿਨ ਡੈਸੀਫਰ ਕੀਤਾ ਕਿਨ ਸਮਝਿਆ ਜੇਮਸ ਪ੍ਰਿੰਸਪ ਇਹ ਹੋਇਆ ਜੀ ਆਪਣੇ ਆਰਕੋਲੋਜਿਸਟ ਹੋਇਆ ਬੜੇ ਫੇਮਸ ਇਹਨਾਂ ਉੱਤੇ ਪ੍ਰਸ਼ਨ ਆਇਆ ਹੋਇਆ UPSC ਵਿੱਚ ਇਹਨਾਂ ਨੇ ਸਟੱਡੀ ਕੀਤੀ ਇਹ ਆਪਣੇ ਇੰਡਸ ਵੈਲੀ ਨਾਲ ਸੰਬੰਧਿਤ ਵੀ ਇਹਨਾਂ ਨੇ ਕਾਫੀ ਸਟੱਡੀ ਕੀਤੀ ਹੈ ਇਹ ਕਾਫੀ ਹੋਇਆ ਜੀ ਆਰਕੋਲੋਜਿਸਟ ਤੇ ਉਹਨਾਂ ਨੇ ਨਾ ਸਿੱਕਿਆਂ ਦੇ ਉੱਤੇ ਉੱਕਰੀ ਲਿਪੀ ਨੂੰ ਪੜ੍ਹਿਆ ਤੇ ਸਮਝਿਆ ਖਰੋਸ਼ਟੀ ਲਿਪੀ ਨੂੰ ਸਮਝਿਆ ਤੇ ਫਿਰ ਉਹਨਾਂ ਨੇ ਕਿਹਾ ਵੀ ਹਾਂ ਵੀ ਆਹ ਖਰੋਸ਼ਟੀ ਲਿਪੀ ਦੇ ਅੰਕੜੇ ਅੱਖਰ ਹੁੰਦੇ ਆ ਤੇ ਉਹਦੀ ਹੈਲਪ ਨਾਲ ਉਹਨਾਂ ਨੇ ਅਸ਼ੋਕਾ ਦੇ ਥੰਮ ਦੇ ਉੱਤੇ ਲਿਖਿਆ ਹੋਇਆ ਗੱਲਾਂ ਵੀ ਪੜ੍ਹ ਲਈਆਂ ਸਮਝ ਲਈਆਂ ਇਸ ਦੇ ਨਤੀਜੇ ਵਜੋਂ ਅਸ਼ੋਕ ਦੇ ਫਰਮਾਨਾਂ ਨੂੰ ਪੜ੍ਹਿਆ ਗਿਆ ਜਿਨ੍ਹਾਂ ਵਿੱਚੋਂ ਕੁਝ ਏਸ਼ੀਆਈ ਉਪ ਮਹਾਦੀਪ ਦੇ ਉੱਤਰ ਪੱਛਮ ਤੇ ਸਥਿਤ ਸਨ ਉਹ ਖਰੋਸ਼ਟੀ ਲਿਪੀ ਵਿੱਚ ਲਿਖੇ ਗਏ ਸਨ ਖਰੋਸ਼ਟੀ ਲਿਪੀ ਵਿੱਚ ਸੱਸਾ ਆ ਖਰੋਸ਼ਟੀ ਲਿਪੀ ਵਿੱਚ ਲਿਖੇ ਗਏ ਸਨ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜੀ ਦ ਫੇਮਸ ਡਾਇਲੋਗ ਬਿਟਵੀਨ ਨਚੀਕੇਤਾ ਐਂਡ ਜਮ ਮਤਲਬ ਜਮਰਾਜ ਇਜ਼ ਮੈਂਸ਼ਨਡ ਇਨ ਦਾ ਦੇਖੋ ਤੁਸੀਂ ਨਾ ਭਾਰਤ ਇੱਕ ਖੋਜ ਡਿਸਕਵਰੀ ਆਫ ਇੰਡੀਆ ਦੇਖੋਗੇ ਸ਼ਿਆਮ ਬੈਨੀਕਲ ਦੀ ਉਹਦੇ ਵਿੱਚ ਵੀ ਇਹ ਡਾਇਲੋਗ ਹੈਗੇ ਆ ਇੱਕ ਪਾਸੇ ਨਚੀਕੇਤਾ ਆ ਇਹ ਕੀ ਆ ਜਗਿਆਸੂ ਆ ਇਹਦੇ ਅੰਦਰ ਪ੍ਰਸ਼ਨ ਆ ਉਹ ਆਪਣੇ ਪ੍ਰਸ਼ਨ ਪੁੱਛਦਾ ਆ ਕਿਤੋਂ ਪੁੱਛਦਾ ਆ ਜਮਰਾਜ ਕੋਲੋਂ ਜਮਰਾਜ ਕੌਣ ਆ ਮੌਤ ਦਾ ਫਰਿਸ਼ਤਾ ਜਿਹਨੂੰ ਕਹਿੰਦੇ ਆ ਜਦੋਂ ਇਨਸਾਨ ਮਰ ਜਾਂਦਾ ਤੇ ਜਮਰਾਜ ਲੈ ਕੇ ਜਾਂਦਾ ਉਹਨੂੰ ਉੱਪਰ ਧਰਮਰਾਜ ਕੋਲ ਇਹ ਕੰਸੈਪਟ ਆ ਹੁਣ ਗੱਲ ਆਉਂਦੀ ਆ ਕਿ ਇਹ ਜਿਹੜਾ ਡਾਇਲੋਗ ਆ ਵਾਰਤਾਲਾਪ ਆ ਇੱਕ ਪਾਸੇ ਨਚੀਕੇਤਾ ਜਗਿਆਸੂ ਆ ਪ੍ਰਸ਼ਨ ਪੁੱਛਦਾ ਪਿਆ ਦੂਜੇ ਪਾਸੇ ਜਮਰਾਜ ਆ ਜਮ ਆ ਉਹ ਕਿਹੜੀ ਕਿਤਾਬ ਵਿੱਚ ਮੈਂਸ਼ਨ ਆ ਉਹ ਹੈ ਜੀ ਕਥੋਪਨਿਸ਼ਦ ਇੰਪੋਰਟੈਂਟ ਆ ਲਿਖ ਲਿਓ ਇਹਨੂੰ ਸਾਈਡ ਤੇ ਦੇਖੋ ਕਥੋਪਨਿਸ਼ਦ ਨਚੀਕੇਤਾ ਅਤੇ ਜਮਰਾਜ ਕੌਣ ਮੌਤ ਦੇ ਦੇਵਤੇ ਵਿਚਕਾਰ ਗੱਲਬਾਤ ਹੈ ਨਚੀਕੇਤਾ ਇੱਕ ਜਗਿਆਸੂ ਸੀ ਅਤੇ ਜਮਰਾਜ ਇੱਕ ਗੁਰੂ ਮਤਲਬ ਭੇਦ ਦੱਸਣ ਵਾਲਾ ਜਿਹਨੂੰ ਭੇਦ ਪਤਾ ਆ ਉਹ ਹੁਣ ਨਚੀਕੇਤਾ ਦੇ ਪ੍ਰਸ਼ਨਾਂ ਦੇ ਆਨਸਰ ਦਿੰਦਾ ਪਿਆ ਆ ਕੌਣ ਜਮਰਾਜ ਇੱਕ ਕਿਹੜੀ ਕਿਤਾਬ ਵਿੱਚ ਲਿਖਿਆ ਗਿਆ ਜੀ ਕਥੋਪਨਿਸ਼ਦ ਵਿੱਚ ਇਹਨੂੰ ਤੁਸੀਂ ਨੋਟ ਕਰ ਲੈਣਾ ਕਿਤਾਬ 'ਚ ਕਾਪੀ 'ਚ ਅੱਗੇ ਦੇਖੋ ਜੀ ਮਿਲਿੰਦਪਨੋ ਇਜ਼ ਇਨ ਦਾ ਫਾਰਮ ਆਫ ਡਾਇਲੋਗ ਇਹ ਵੀ ਕੀ ਹੈ ਡਾਇਲੋਗ ਆ ਵਾਰਤਾਲਾਪ ਆ ਜਿਸ ਤਰ੍ਹਾਂ ਕਥੋਪਨਿਸ਼ਦ ਸੀ ਨਾ ਵਾਰਤਾਲਾਪ ਉਸੇ ਪ੍ਰਕਾਰ ਮਿਲਿੰਦਪਨੋ ਵੀ ਇੱਕ ਲਿਖੀ ਗਈ ਹੈ ਜੀ ਰਚਨਾ ਆ ਕਿਤਾਬ ਆ ਉਹ ਕੀ ਆ ਡਾਇਲੋਗ ਆ ਵਾਰਤਾਲਾਪ ਆ ਕਿੰਨਾ ਵਿਚਕਾਰ ਬਿਟਵੀਨ ਦਾ ਕਿੰਗ ਮਨਿੰਦਰ ਐਂਡ ਬੁੱਧਿਸਟ ਮੌਂਕ ਹੁਣ ਬੁੱਧਿਸਟ ਮੌਂਕ ਕਿਹੜਾ ਸੀ ਪਹਿਲਾਂ ਆਪਾਂ ਨਾ ਥੋੜ੍ਹੀ ਕੰਸੈਪਟ ਸਮਝ ਲਈਏ ਮਿਲਿੰਦਾ ਇੱਕ ਰਾਜਾ ਸੀ ਗ੍ਰੀਕੀ ਰਾਜਾ ਸੀ ਇਹ ਉੱਤਰ ਪੱਛਮ ਭਾਰਤ ਤੇ ਰਾਜ ਕਰਦਾ ਸੀ ਉਹਨੂੰ ਮਨਿੰਦਰ ਵੀ ਕਹਿੰਦੇ ਸੀ ਹੁਣ ਉਹ ਵਾਰਤਾਲਾਪ ਕਰਦਾ ਆ ਇੱਕ ਬੋਧੀ ਸੰਤ ਨਾਲ ਮੌਂਕ ਨਾਲ ਠੀਕ ਹੈ ਜੀ
ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਉਹ ਜਿਹੜਾ ਬੋਧੀ ਮੌਂਕ ਆ, ਮੌਂਕ ਸਮਝਦੇ ਜੀ, ਭਿਕਸ਼ੂ ਜਿਹੜੇ ਹੁੰਦੇ ਆ, ਬੋਧੀ ਗੁਰੂ ਕਹਿ ਲਓ ਤੁਸੀਂ, ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਇਹ ਬੋਧੀ ਸੰਤ ਦਿੰਦਾ। ਤੇ ਫਿਰ ਉਹ ਜੋ ਵਾਰਤਾਲਾਪ ਹੁੰਦਾ ਆ ਉਹ ਆਹ ਕਿਤਾਬ ਵਿੱਚ ਉਹ ਲਿਖਿਆ ਗਿਆ, ਮਿਲਿੰਦ ਪਨੋ ਮੀਨ ਰਾਜਾ ਮਿਲਿੰਦਾ ਦੇ ਪ੍ਰਸ਼ਨਾਂ ਦੇ ਉੱਤਰ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਯੂਨਾਨੀ ਰਾਜਾ ਨੇ ਬੁੱਧ ਧਰਮ ਅਪਣਾ ਲਿਆ ਸੀ। ਇਹ ਬਹੁਤ ਇੰਪੋਰਟੈਂਟ ਕਨਸੈਪਟ ਆ, ਇੰਪੋਰਟੈਂਟ ਪੁਆਇੰਟ ਆ, ਇਹਦੇ ਉੱਤੇ ਡਾਇਰੈਕਟਲੀ ਇਨਡਾਇਰੈਕਟਲੀ ਕੁਐਸਚਨ ਆ ਜਾਂਦੇ ਆ। ਤੇ ਉਹ ਬੋਧੀ ਸੰਤ ਦਾ ਨਾਂ ਕੀ ਸੀ? ਉਹ ਸੀ ਜੀ ਨਾਗਸੈਨਾ। ਨਾਗਸੈਨਾ ਯਾਦ ਕਰ ਲੈਣਾ ਤੁਸੀਂ। ਦੇਖੋ 3 ਨਾਮ ਹੋ ਗਏ, ਮਿਲਿੰਦ ਪਨੋ, ਮਨਿੰਦਰ ਤੇ ਬੋਧੀ ਸੰਤ ਨਾਗਸੈਨਾ। ਵਿਚ ਵਨ ਆਫ ਦਾ ਫੋਲੋਇੰਗ ਐਡਿਕਟਸ, ਐਡਿਕਟਸ ਕੀ ਆ ਜੀ? ਪੱਥਰ ਤੇ ਉਕਰੇ ਹੋਏ ਅੱਖਰ। ਇਹਨਾਂ ਵਿੱਚੋਂ ਕਿਹੜੇ ਅੱਖਰ ਮੈਂਸ਼ਨਸ ਦਾ ਪਰਸਨਲ ਨੇਮ ਆਫ ਅਸ਼ੋਕਾ, ਅਸ਼ੋਕਾ ਦਾ ਪਰਸਨਲ ਨੇਮ ਦੱਸਦੇ ਆ ਜੀ। ਦੇਖੋ ਪਹਿਲਾਂ ਵੀ ਅਸੀਂ ਪ੍ਰਸ਼ਨ ਪੜ੍ਹਿਆ ਕਿ ਅਸ਼ੋਕਾ ਦਾ ਪਹਿਲਾ ਨਾਮ ਕਿਹੜਾ ਸੀ? ਪੱਥਰਾਂ ਤੇ ਉਕਰੇ ਹੋਏ ਅੱਖਰਾਂ ਵਿੱਚ ਅਸ਼ੋਕਾ ਨੂੰ ਕੀ ਕਹਿ ਕੇ ਸੰਬੋਧਿਤ ਕੀਤਾ ਗਿਆ ਸੀ? ਅਸੀਂ ਪੜ੍ਹਿਆ ਸੀ ਦੇਵਨ ਪ੍ਰਿਯ ਪਿਯਾਦਸ਼ੀ, ਪਿਯਾਦਸ਼ੀ ਕਿਹਾ ਸੀ ਉਹਨੂੰ। ਹੁਣ ਪ੍ਰਸ਼ਨ ਪੁੱਛ ਲਿਆ ਵੀ ਕਿਹੜੇ ਕਿਹੜੇ ਉਹ ਐਡਿਕਟ ਸੀ ਜਿੱਥੇ ਇਹ ਮੈਂਸ਼ਨ ਕੀਤਾ ਗਿਆ ਸੀ? ਉਹ ਸੀ ਜੀ ਮਾਸਕੀ। ਮਾਸਕੀ ਦੇਖਿਆ, ਜੇ ਤੁਸੀਂ 1995 ਵਾਲੇ ਪ੍ਰਸ਼ਨ ਉੱਤਰ ਪੜ੍ਹੇ ਹੁੰਦੇ ਤਾਂ 97 ਵਾਲਾ ਵੀ ਤੁਸੀਂ ਕਰ ਸਕਦੇ ਸੀ। ਸਿੱਧਾ ਸਿੱਧਾ ਪ੍ਰਸ਼ਨ ਆ ਗਿਆ। ਵੈਸੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਤੁਸੀਂ ਭੁੱਲ ਜਾਣਾ ਸੀ। ਉਹ ਕਿੱਥੇ ਸੀ ਜੀ? ਇਹ ਸ਼ਿਲਾਲੇਖ ਮਾਸਕੀ ਵਿੱਚ। ਮਾਸਕੀ, ਗੁਰਜਰਾ, ਨੇਤੂਰ ਤੇ ਉਹਦੇ ਗੋਲਮ ਸ਼ਿਲਾਲੇਖਾਂ ਵਿੱਚ ਅਸ਼ੋਕ ਦੇ ਨਿੱਜੀ ਨਾਮ ਦਾ ਜ਼ਿਕਰ ਹੈ। ਤੇ ਨਿੱਜੀ ਨਾਮ ਕਿਹੜਾ ਸੀ? ਯਾਦ ਕਰੋ, ਦੇਵਨ ਪਿਯਾਦਸ਼ੀ, ਪਿਯਾਦਸ਼ੀ ਕਿਹਾ ਸੀ ਉਹਨੂੰ। ਪੱਥਰਾਂ ਤੇ ਅਸ਼ੋਕਾ ਨਹੀਂ ਲਿਖਿਆ, ਪੱਥਰਾਂ ਤੇ ਪਿਯਾਦਸ਼ੀ ਲਿਖਿਆ ਆ। ਠੀਕ ਹੈ ਜੀ। ਤੇ ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।